ਮਾੜੋ ਨੇ ਅੱਜ ਡਰਦੀ ਨੇ ਫੇਰ ਸਾਜਰੇ ਹੀ ਰੋਟੀਆਂ ਲਾ ਲਈਆਂ ਸੀ। ਪਰ ਅੱਤ ਦੀ ਗਰਮੀ ਮਗਰੋਂ ਪਏ ਮੀਂਹ ਕਰਕੇ ਕੱਚੇ ਵਿਹੜੇ ਦੀ ਮਿੱਟੀ ਵਿੱਚੋਂ ਭਮੱਕੜ ਨਿਕਲਣ ਲੱਗੇ ਸੀ। ਉਹਨੇ ਆਪਣੇ ਘਰ ਵਾਲੇ ਨੂੰ ਰੋਟੀ ਵਾਲਾ ਥਾਲ ਫੜਾਇਆ ਹੀ ਸੀ ਕਿ ਭਮੱਕੜ ਵਾਹੋ ਦਾਹੀ ਕੰਧ ਤੇ ਲਟਕੇ ਬੱਲਬ ਕੋਲ ਇਕੱਠੇ ਹੋਣ ਲੱਗੇ। ਪਤਾ ਨਹੀਂ ਕਿੱਧਰੋਂ ਇੱਕ ਭਮੱਕੜ ਮਾੜੋ ਦੀ ਜਾਨ ਨੂੰ ਰੋਟੀ ਵਾਲੇ ਥਾਲ ਵਿੱਚ ਆ ਡਿੱਗਿਆ ਕਿ ਉਹਦੇ ਘਰ ਵਾਲੇ ਨੇ ਮਾੜੋ ਨੂੰ ਗਾਲਾਂ ਕੱਢਦੇ ਨੇ ਥਾਲ ਵਗਾ ਕੇ ਮਾਰਿਆ। ਥਾਲ ਦਾਲ ਨੂੰ ਆਲੇ ਦੁਆਲੇ ਖਿੰਡਾਉਂਦਾ ਮਾੜੋ ਦੀ ਪੁੜਪੜੀ 'ਚ ਜਾ ਵੱਜਿਆ। ਮਾੜੋ ਦੀ ਪੁੜਪੜੀ 'ਚੋਂ ਖੂਨ ਵਗਣ ਲੱਗਿਆ। ਭਾਂਡਿਆਂ ਦੇ ਖੜਾਕ ਨਾਲ ਮਾੜੋ ਦਾ 2 ਸਾਲ ਦਾ ਮੁੰਡਾ, ਜੋ ਕਿ ਮਸਾਂ ਹੀ ਵਿਰ ਕੇ ਸੁੱਤਾ ਸੀ, ਜਾਗ ਕੇ ਡਰ ਨਾਲ ਰੋਣ ਲੱਗਾ। ਮਾੜੋ ਨੂੰ ਥਾਲ ਵੱਜੇ ਦੀ ਕੋਈ ਸੁਰਤ ਹੀ ਨਹੀਂ ਸੀ। ਉਹ ਭੱਜੀ ਜਵਾਕ ਵੱਲ ਨੂੰ ਗਈ, ਉਹਨੂੰ ਮਸਾਂ ਵਰਾਇਆ, ਉਹਦੇ ਮੱਥੇ ਨੂੰ ਹੱਥ ਲਾਇਆ ਤਾਂ ਹਲੇ ਵੀ ਤਾਪ ਸੀ ਜਵਾਕ ਨੂੰ। ਉਹਨੂੰ ਸੁਲਾ ਕੇ ਮਾੜੋ ਭਾਂਡੇ ਇਕੱਠੇ ਕਰਨ ਲੱਗੀ। ਉਹਦਾ ਘਰ ਵਾਲਾ ਲਗਾਤਾਰ ਉਹਨੂੰ ਗਾਲਾਂ ਕੱਢ ਰਿਹਾ ਸੀ। ਉਹਨੇ ਅੱਜ ਮੁੰਡੇ ਦੀ ਮਾਰੀ ਨੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਜੀ ਹੌਲੀ ਬੋਲੋ, ਮੁੰਡਾ ਮਸਾਂ ਵਿਰਿਆ ਸਵੇਰ ਦਾ ਤਪਦਾ ਤਾਪ ਨਾਲ। ਇਹ ਸੁਣ ਉਹਦਾ ਘਰ ਵਾਲਾ ਆਪੇ ਤੋਂ ਬਾਹਰ ਹੋ ਗਿਆ ਤੇ ਉਹਨੇ ਮੰਜੇ ਤੋਂ ਦਾਲ ਸਾਫ਼ ਕਰਦੀ ਮਾੜੋ ਦੇ ਲੱਤ ਮਾਰੀ ਤੇ ਪਤਾ ਨਹੀਂ ਕਿੰਨਾ ਟਾਈਮ ਉਹਨੂੰ, ਉਹਦੀ ਮਾਂ ਨੂੰ, ਉਹਦੀ ਭੈਣ ਨੂੰ ਗਾਲਾਂ ਕੱਢਦਾ ਰਿਹਾ, ਭਾਵੇਂ ਕਿ ਇਹ ਉਹਦਾ ਰੋਜ਼ ਦਾ ਕੰਮ ਸੀ। ਮਾੜੋ ਇਹ ਸਭ ਰੋਜ਼ ਹੀ ਸਹਿੰਦੀ ਸੀ। ਉਹਦਾ ਘਰ ਵਾਲਾ ਨਿੱਤ ਹੀ ਦਾਰੂ ਪੀ ਕੇ ਆਉਂਦਾ ਤੇ ਮਾੜੋ ਦਾ ਕਸੂਰ ਇੰਨਾ ਸੀ ਕਿ ਉਹਦਾ ਰੰਗ ਆਪਣੇ ਘਰ ਵਾਲੇ ਤੋਂ ਥੋੜਾ ਪੱਕਾ ਸੀ ਤੇ ਉਹ ਗੋਰਾ ਸੀ। ਵਿਆਹ ਵੇਲੇ ਤਾਂ ਉਹਦੇ ਘਰ ਵਾਲੇ ਨੇ ਦਾਜ ਵਿੱਚ ਆਉਂਦੇ ਕੜਾ, ਛਾਪ ਤੇ ਸਮਾਨ ਦਾ ਟਰੱਕ ਹੀ ਦੇਖਿਆ। ਪਰ ਹੁਣ ਵਿਆਹ ਦੇ 4 ਸਾਲ ਮਗਰੋਂ ਉਹਨੂੰ ਮਾੜੋ ਦਾ ਰੰਗ ਦਿਖਿਆ ਸੀ, ਜਿਹੜਾ ਉਹਨੂੰ ਆਪਣੇ ਮੇਚ ਦਾ ਨਹੀਂ ਸੀ ਲੱਗਦਾ। ਮਾੜੋ ਰੋਜ਼ ਹੀ ਉਹਦੇ ਤੋਂ ਆਪਣੀ ਮਾਂ ਭੈਣ ਆਪਣੇ ਲਈ ਮਾੜਾ ਚੰਗਾ ਸੁਣਦੀ, ਪਰ ਚੁੱਪ ਵੱਟੀ ਰੱਖਦੀ। ਅੱਜ ਵੀ ਉਹ ਗਾਲਾਂ ਕੱਢਦਾ ਸੌਂ ਗਿਆ। ਸਵੇਰ ਨੂੰ ਉੱਠਦੇ ਮਾੜੋ ਦੇ ਸਿਰ ਨੂੰ ਚੱਕਰ ਆਉਣ ਲੱਗੇ ਤਾਂ ਉਹਨੂੰ ਖਿਆਲ ਆਇਆ ਕਿ ਉਹਦੇ ਥਾਲ ਵੱਜਿਆ ਸੀ ਰਾਤ ਨੂੰ। ਤੇ ਘਰ ਦਾ ਕੰਮ ਨਿਬੇੜ ਉਹ ਨਾਲ ਦੇ ਘਰੋਂ ਪਾਥੀਆਂ ਨੂੰ ਗੋਹਾ ਚੱਕਣ ਚਲੇ ਗਈ ਤਾਂ ਗੁਆਂਢੀਆਂ ਦੀ ਬੀਬੀ ਨੇ ਮਾੜੋ ਤੋਂ ਰਾਤ ਵਾਲੇ ਰੌਲੇ ਬਾਰੇ ਪੁੱਛਿਆ। ਮਾੜੋ ਨੇ ਇਹ ਤਾਂ ਚੱਲਦਾ ਹੀ ਰਹਿੰਦਾ ਕਹਿ ਕੇ ਸਾਰ ਦਿੱਤਾ ਤੇ ਬੀਬੀ ਮਾੜੋ ਦਾ ਕਰਦੀ ਬਹੁਤ ਸੀ। ਚੰਗੇ ਮਾੜੇ ਟਾਈਮ ਮਾੜੋ ਦਾ ਥੋੜ੍ਹਾ ਸਾਰ ਦਿੰਦੀ ਸੀ। ਜੇ ਕਦੇ ਜਵਾਕ ਨੂੰ ਦੁੱਧ ਨਾ ਹੁੰਦਾ ਤਾਂ ਦੁੱਧ ਦਾ ਗਲਾਸ ਬਾਲਣ ਨੂੰ ਗੋਹਾ ਚਕਾ ਦਿੰਦੀ ਸੀ। ਤੇ ਕਿਉਂਕਿ ਘਰ ਵਾਲੇ ਦੇ ਕੰਮ ਨਾਲ ਤਾਂ ਉਹਨਾਂ ਦੀ ਰੋਟੀ ਮਸਾਂ ਹੀ ਜੁੜਦੀ ਸੀ, ਬਾਕੀ ਉਹ ਸ਼ਰਾਬ ਤੇ ਉਡਾ ਦਿੰਦਾ ਸੀ। ਬੀਬੀ ਨੇ ਮਾੜੋ ਦੇ ਸਿਰ ਵਿੱਚ ਸੱਟ ਬਾਰੇ ਪੁੱਛਿਆ ਤਾਂ ਮਾੜੋ ਦਾ ਰੋਣ ਨਿਕਲ ਆਇਆ। ਉਹਨੂੰ ਤਕਲੀਫ ਮਹਿਸੂਸ ਹੋਈ ਕਿ ਉਹਦੀ ਸੱਟ ਲੱਗੀ ਆ। ਉਹਨੇ ਰੋਂਦੀ ਨੇ ਬੀਬੀ ਨੂੰ ਸਭ ਦੱਸ ਦਿੱਤਾ ਤੇ ਬੀਬੀ ਨੇ ਮਾੜੋ ਨੂੰ ਹੌਸਲਾ ਦਿੱਤਾ ਤੇ ਉਹਨੂੰ ਕਿਹਾ ਕਿ ਤੂੰ ਆਪਣੀ ਮਾਂ ਨੂੰ ਬੁਲਾ ਕੇ ਗੱਲ ਕਰ ਆਪਣੇ ਘਰ ਵਾਲੇ ਨਾਲ। ਐਵੇਂ ਕਦ ਤੱਕ ਚੰਗਾ ਮੰਦਾ ਸੁਣੀ ਜਾਏਗੀ। ਆਪਣੀ ਮਾਂ ਨੂੰ ਬੁਲਾ ਲਾ ਤੇ ਉਹ ਸਮਝਾ ਕੇ ਜਾਊ ਇਹਨੂੰ। ਮਾੜੋ ਨੇ ਪਹਿਲਾਂ ਤਾਂ ਬਹੁਤ ਨਾ ਕੀਤੀ, ਪਰ ਬੀਬੀ ਦੇ ਜ਼ੋਰ ਪਾਉਣ ਤੇ ਬੀਬੀ ਕੇ ਲੈਂਡਲਾਈਨ ਤੋਂ ਪੇਕੇ ਫੋਨ ਕਰ ਦਿੱਤਾ। ਉਹਦੀ ਮਾਂ ਨੇ 12 ਵਜੇ ਤੱਕ ਆਉਣ ਨੂੰ ਕਹਿ ਕੇ ਗੱਲ ਮੁਕਾ ਦਿੱਤੀ। ਮਾੜੋ ਦੇ ਪੇਕਿਆਂ ਵਿੱਚ ਉਸਦੀ ਮਾਂ ਸੀ ਜਾਂ ਉਹਦਾ ਭਰਾ ਤੇ ਭਾਬੀ।
ਉਹਦਾ ਪਿਓ ਕਿਸੇ ਸਰਕਾਰੀ ਮਹਿਕਮੇ 'ਚ ਸੀ, ਪਰ ਡਿਊਟੀ ਤੇ ਉਹਦੀ ਮੌਤ ਹੋ ਗਈ ਸੀ। ਪਿਓ ਦੀ ਨੌਕਰੀ ਉਹਦੇ ਭਰਾ ਨੂੰ ਮਿਲ ਗਈ ਸੀ ਤੇ ਪਿਓ ਦੇ ਮਰਨ ਤੇ ਮਿਲੇ ਪੈਸਿਆਂ ਨਾਲ ਮਾੜੋ ਦਾ ਵਿਆਹ ਕਰਤਾ ਸੀ ਉਹਦੀ ਮਾਂ ਨੇ। ਦੁਪਹਿਰੇ 1 ਵਜੇ ਉਹਨੂੰ ਮੀਂਹ ਨਾਲ ਗਿੱਲੀ ਹੋਈ ਧਰਤੀ ਦੀ ਛੱਡੀ ਗਰਮ ਪਰਦਾ ਦੇ ਨਾਲ ਮੁੜਕੋਂ ਮੁੜਕੀ ਹੋਈ ਉਹਦੀ ਮਾਂ ਗਲੀ 'ਚ ਆਉਂਦੀ ਦਿਸੀ। ਉਹ ਆਪਣੀ ਮਾਂ ਨੂੰ ਜੱਫੀ ਪਾਉਂਦੇ ਹੋਏ ਰੋਣ ਲੱਗੀ। ਮਾਂ ਨਾਲ ਮਿਲਣ ਤੋਂ ਬਾਅਦ ਉਹਨੇ ਚਾਹ ਬਣਾ ਕੇ ਦਿੱਤੀ। ਚਾਹ ਪੀਂਦੇ ਉਹਦੀ ਮਾਂ ਪੁੱਛਣ ਲੱਗੀ ਕਿ ਕੀ ਹੋਇਆ, ਭਾਵੇਂ ਕਿ ਉਹਦੀ ਮਾਂ ਨੂੰ ਸਭ ਪਤਾ ਸੀ ਧੀਆਂ ਦੇ ਦੁੱਖ ਮਾਵਾਂ ਕੋਲੋਂ ਕਦੇ ਲੁਕਦੇ ਆ। ਇੰਨੇ ਨੂੰ ਗੁਆਂਢੀਆਂ ਦੀ ਬੀਬੀ ਆ ਗਈ ਤੇ ਉਹਨੇ ਮਾੜੋ ਦੀ ਮਾਂ ਨੂੰ ਮਾੜੋ ਨਾਲ ਹੁੰਦੇ ਰੋਜ਼ ਦੇ ਕੰਜਰ ਕਲੇਸ਼ ਦੀ ਕੱਲੀ ਕੱਲੀ ਗੱਲ ਦੱਸੀ ਤੇ ਸਲਾਹ ਦਿੱਤੀ ਕਿ ਮਾੜੋ ਨੂੰ ਲੈ ਜਾਓ। ਵਿਚਾਰੀ ਨਾਲੇ ਸਾਰਾ ਦਿਨ ਕੰਮ ਕਰਦੀ, ਨਾਲੇ ਸਾਰਾ ਦਿਨ ਆਪ ਨੂੰ ਤੇ ਤੁਹਾਨੂੰ ਗਾਲਾਂ ਸੁਣਾਉਂਦੀ ਆ, ਤਾਂ ਵੀ ਕੁੱਤੇ ਜਿੰਨੀ ਕਦਰ ਨਹੀਂ ਇਹਦੀ ਘਰ ਵਿੱਚ। ਐਵੇਂ ਨਾ ਰੋਲੋ ਇਹਨੂੰ ਇੱਥੇ। ਬੀਬੀ ਸਭ ਦੱਸ ਕੇ ਆਪਣੇ ਘਰ ਨੂੰ ਤੁਰ ਗਈ। ਮਗਰੋਂ ਇਹ ਸਭ ਗੱਲਾਂ ਕਰਕੇ ਮਾੜੋ ਨੇ ਮਾਂ ਤੋਂ ਭਰਾ ਤੇ ਭਾਬੀ ਬਾਰੇ ਪੁੱਛਿਆ। ਉਹਦੀ ਮਾਂ ਦਾ ਗੱਚ ਭਰ ਆਇਆ। ਉਹ ਕਹਿਣ ਲੱਗੀ ਕਿ ਤੇਰੀ ਭਰਜਾਈ ਨੂੰ ਮੈਨੂੰ ਬੁਲਾਏ ਨੂੰ 1.5 ਸਾਲ ਹੋ ਗਿਆ, ਨਾ ਪੋਤੇ ਨੂੰ ਬੁਲਾਉਣ ਦਿੰਦੀ ਆ। ਮੈਂ ਤਾਂ ਬਸ ਆਪਣੇ ਕਮਰੇ 'ਚ ਹੀ ਰਹਿੰਦੀ ਆ ਤੇ ਨਾ ਮੈਨੂੰ ਆਪਣੇ ਵਾਲੀ ਰਸੋਈ 'ਚ ਵੜਨ ਦਿੰਦੀ ਆ। ਮਸਾਂ ਔਖੀ ਸੌਖੀ ਆਪ ਹੀ ਬਣਾ ਕੇ ਰੋਟੀ ਖਾਂਦੀ ਆ। ਨਾ ਤੇਰੇ ਭਰਾ ਨੂੰ ਬੋਲਣ ਦਿੰਦੀ ਆ ਮੇਰੇ ਨਾਲ, ਉਹ ਵੀ ਬਸ ਚੋਰੀਓਂ ਬੁਲਾਉਂਦਾ ਮੈਨੂੰ। ਮੈਂ ਇੱਕ ਦਿਨ ਪੋਤੇ ਨੂੰ ਪੁੱਛਿਆ ਕਿ ਤੂੰ ਬੁਲਾਉਂਦਾ ਕਿਉਂ ਨਹੀਂ ਮੈਨੂੰ, ਤਾਂ ਉਹ ਕਹਿੰਦਾ ਮੇਰੀ ਮੰਮੀ ਕਹਿੰਦੀ ਤੇਰੀ ਦਾਦੀ ਕਾਲੀ ਆ, ਬੁਲਾਉਣਾ ਨਹੀਂ ਉਹਨੂੰ। ਤੇਰਾ ਭਰਾ ਪਹਿਲਾਂ ਤਾਂ ਮਹੀਨੇ ਬਾਅਦ 2000 ਦੇ ਦਿੰਦਾ ਸੀ ਮੈਨੂੰ, ਹੁਣ ਉਹ ਵੀ ਹਟ ਗਿਆ। ਮੈਂ ਆਪ ਕਦੇ ਕਿਸੇ ਦੀਆਂ ਕੋਟੀਆਂ ਬੁਣਦੀਆਂ, ਕਦੇ ਮੰਜੇ ਤੇ ਕਦੇ ਕਿਸੇ ਦੀਆਂ ਦਰੀਆਂ। ਇਸ ਲਈ ਧੀਏ ਤੈਨੂੰ ਵੀ ਸਮਝਾਉਣੀ ਆ ਕਿ ਔਖੇ ਸੌਖੇ ਦਿਨ ਕੱਟ ਲਾ। ਘਰ ਤਾਂ ਤੇਰਾ ਇਹੀ ਆ, ਉੱਥੇ ਤਾਂ ਮੈਨੂੰ ਨਹੀਂ ਕੋਈ ਪੁੱਛਦਾ ਤੇ ਤੈਨੂੰ ਕਿਹਨੇ ਪੁੱਛਣਾ। ਜਦ ਤੱਕ ਮੈਂ ਆ ਠੀਕ ਆ, ਮਗਰੋਂ ਕਿਵੇਂ ਰਹੋਗੇ ਤੁਸੀਂ? ਤੂੰ ਪ੍ਰਾਹੁਣੇ ਨੂੰ ਬੋਲਿਆ ਨਾ ਕਰ। ਤੇਰੀ ਭਰਜਾਈ ਨੇ ਬਹੁਤ ਕਲੇਸ਼ ਕਰਨਾ ਤੈਨੂੰ ਉੱਥੇ ਲਿਜਾਣ ਤੇ। ਮੈਂ ਉਹਨਾਂ ਦਾ ਕੁਝ ਖਾਂਦੀ ਨਹੀਂ ਤਾਂ ਮੈਨੂੰ ਬੋਝ ਸਮਝਦੇ, ਤੈਨੂੰ ਤਾਂ ਸਾਰੀ ਉਮਰ ਮਹਿਣੇ ਦੇਣੇ। ਘਰ ਚੰਗਾ ਹੋਵੇ ਜਾਂ ਮਾੜਾ, ਆਪਣਾ ਘਰ ਆਪਣਾ ਹੀ ਹੁੰਦਾ। ਮਾੜੋ ਨੂੰ ਆਪਣੀ ਮਾਂ ਦੇ ਮੂੰਹ ਤੇ ਮਜਬੂਰੀ ਸਾਫ਼ ਦਿਖ ਰਹੀ ਸੀ। ਮਾਂ ਨੂੰ ਤੋਰਨ ਤੋਂ ਬਾਅਦ ਰੋਜ਼ ਵਾਂਗ ਰਾਤ ਨੂੰ ਫੇਰ ਮਾੜੋ ਦੇ ਨਾਲ ਉਹੀ ਹੋਇਆ। ਅਗਲੀ ਸਵੇਰ ਗੋਹਾ ਚੱਕਣ ਗਈ ਨੂੰ ਗੁਆਂਢੀਆਂ ਦੀ ਬੀਬੀ ਨੇ ਉਹਦੇ ਘਰ ਵਾਲੇ ਲਈ ਗਾਲ ਕੱਢਦੇ ਹੋਏ ਪੁੱਛਿਆ, ਨਾ ਇਹ ਕੰਜਰ ਤੇਰੀ ਮਾਂ ਦੇ ਸਮਝਾਏ ਤੇ ਵੀ ਨਹੀਂ ਸਮਝਿਆ? ਮਾੜੋ ਹਾਲਾਤਾਂ ਅੱਗੇ ਬੇਵਸ ਹੋਈ ਹੰਝੂ ਕਾਲਜੇ 'ਚ ਦੱਬ ਗਈ ਤੇ ਬੀਬੀ ਦੀ ਗੱਲ ਅਣਸੁਣੀ ਕਰਕੇ ਗੋਹਾ ਇਕੱਠਾ ਕਰਕੇ ਟੋਕਰੇ 'ਚ ਪਾਉਣ ਲੱਗੀ।